प्यारे विद्यार्थियों, मेरे वालों सारिਆਂ ਨੂੰ प्यार भरी सत श्री अकाल। विद्यार्थियों, मैं तुहाडा पंजाबी अध्यापक कुलविंदर सिंह, सरकारी सीनियर सैकेंडरी स्कूल ਚੱਕ ਗਿਲਜੇਵਾਲਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, पंजाब। विद्यार्थियों, ਅੱਜ ਆਪਾਂ ਤੁਹਾਡੀ 12ਵੀਂ ਕਲਾਸ ਦੀ ਪੰਜਾਬੀ ਇਲੈਕਟਿਵ ਦੀ ਜਿਹੜੀ ਪਾਠ ਪੁਸਤਕ ਹੈ ਉਹਦੇ ਵਿੱਚੋਂ ਮੱਧ ਕਾਵਿ ਜਿਹੜਾ ਸਾਹਿਤ ਹੈ ਉਸ ਨੂੰ ਪੜ੍ਹਨ ਜਾ ਰਹੇ ਹਾਂ। ਅਤੇ ਉਸ ਸਾਹਿਤ ਦੇ ਵਿੱਚ ਆਪਾਂ ਸੂਫੀ ਕਾਵਿ ਦੇ ਵਿੱਚੋਂ ਸਾਡੇ ਮਹਾਨ ਫਨਕਾਰ, ਲੇਖਕ, ਕਵੀ ਬਾਬਾ ਬੁੱਲੇ ਸ਼ਾਹ ਦੀਆਂ 3 ਕਾਫੀਆਂ ਪੜ੍ਹਾਂਗੇ। ਉਲਟੇ ਹੋਰ ਜ਼ਮਾਨੇ ਆਏ, ਮਾਟੀ ਕੁਦਮ ਕਰੇਂਦੀ ਯਾਰ, ਪਾਇਆ ਹੈ ਕਿਛ ਪਾਇਆ ਹੈ। ਇਹ 3 ਕਾਫੀਆਂ ਆਪਾਂ ਪੜ੍ਹਾਂਗੇ ਅਤੇ ਇਹ ਅੱਜ ਸਾਡੇ ਕੋਲੇ ਭਾਗ ਦੂਸਰਾ ਹੈ। ਵਿਦਿਆਰਥੀਓ, ਸੂਫੀ ਕਾਵਿ ਬੜਾ ਹੀ ਪਿਆਰਾ, ਸਾਨੂੰ ਆਨੰਦ ਦੇਣ ਵਾਲਾ ਅਤੇ ਸਾਰਿਆਂ ਦੇ ਦਿਲਾਂ ਨੂੰ ਟੋਹਣ ਵਾਲਾ ਕਾਵਿ ਹੈ, ਕਿਉਂਕਿ ਸੂਫੀ ਕਾਵਿ ਦੇ ਵਿੱਚ ਜਿਹੜੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਉਹ ਆਮ ਲੋਕਾਂ ਦੇ ਵਿੱਚੋਂ ਲਈ ਗਈ ਸੀ। ਜਿਹੜੇ ਬਿੰਬ, ਚਿੰਨ੍ਹ, ਗੱਲਾਂ ਬਾਤਾਂ, ਮੁਹਾਵਰੇ, ਅਖਾਣ ਜੋ ਇਸ ਭਾਸ਼ਾ ਦੇ ਵਿੱਚ ਤੁਹਾਨੂੰ ਲਿਖੇ ਹੋਏ ਮਿਲਣਗੇ, ਵਰਤੇ ਹੋਏ ਮਿਲਣਗੇ ਸੂਫੀ ਕਾਵਿ ਦੀ ਭਾਸ਼ਾ ਦੇ ਵਿੱਚ, ਉਹ ਤੁਹਾਨੂੰ ਐਂ ਲੱਗੇਗਾ ਕਿ ਇਹ ਤਾਂ ਸਾਡੇ ਆਪਣੇ ਆਪਣੇ ਹੈ, ਇਹ ਤਾਂ ਸਾਨੂੰ ਦੇਖੇ ਦੇਖੇ ਲੱਗਦੇ ਆ। ਸ਼ਾਇਦ ਇਹੀ ਕਾਰਨ ਸੀ ਕਿ ਜਿਹੜਾ ਸੂਫੀ ਕਾਵਿ ਹੈ ਉਹ ਬਹੁਤ ਹਰਮਨ ਪਿਆਰਾ ਹੋਇਆ। ਅਤੇ ਸੂਫੀ ਕਾਵਿ ਦੇ ਵਿੱਚ ਬਾਬਾ ਫਰੀਦ, ਬਾਬਾ ਬੁੱਲੇ ਸ਼ਾਹ, ਸ਼ਾਹ ਹੁਸੈਨ, ਖਵਾਜਾ ਗੁਲਾਮ ਫਰੀਦ, ਹਾਸ਼ਮ ਸ਼ਾਹ ਤੋਂ ਇਲਾਵਾ ਹੋਰ ਬਹੁਤ ਸਾਰੇ ਕਵੀ ਹੋਏ, ਸੁਲਤਾਨ ਬਾਹੂ ਵਰਗੇ। ਅਤੇ ਜਿਹੜੀ ਬਹੁਤ ਜ਼ਿਆਦਾ ਪ੍ਰਸਿੱਧੀ ਬਾਬਾ ਬੁੱਲੇ ਸ਼ਾਹ, ਸ਼ਾਹ ਹੁਸੈਨ ਨੂੰ ਮਿਲੀ ਸੂਫੀ ਕਾਵਿ ਦੇ ਵਿੱਚ, ਅਤੇ ਉਹਨਾਂ ਦੀਆਂ ਜਿਹੜੀਆਂ ਰਚਨਾਵਾਂ ਉਹ ਤੁਹਾਡੇ ਸਿਲੇਬਸ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ। ਅਤੇ ਸਾਡੇ ਲਈ ਅਤੇ ਸੂਫੀ ਕਾਵਿ ਲਈ ਸ਼ਾਇਦ ਇਹ ਮਾਣ ਸਤਿਕਾਰ ਵਾਲੀ ਗੱਲ ਹੈ ਕਿ ਸੂਫੀ ਕਾਵਿ ਦੇ ਮਹਾਨ ਕਵੀ ਬਾਬਾ ਫਰੀਦ ਜੀ ਦੀਆਂ ਜਿਹੜੀਆਂ ਰਚਨਾਵਾਂ ਹੈ ਉਹਨਾਂ ਦੇ ਸ਼ਲੋਕ ਅਤੇ ਸ਼ਬਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੇ ਗਏ ਹੈ, ਜਿਨ੍ਹਾਂ ਨੂੰ ਅਸੀਂ ਪੜ੍ਹਦੇ ਹਾਂ, ਜੋ ਸਾਨੂੰ ਜੀਵਨ ਦਾ ਸੰਦੇਸ਼ ਦਿੰਦੇ। ਆਓ ਥੋੜ੍ਹੀ ਜਿਹੀ ਝਾਤ ਆਪਾਂ ਸੂਫੀ ਕਾਵਿ 'ਤੇ ਪਾਉਂਦੇ ਹਾਂ, ਉਸ ਤੋਂ ਬਾਅਦ ਆਪਾਂ ਆਪਣੇ ਵਿਸ਼ੇ ਵੱਲ ਵਧਾਂਗੇ। ਵਿਦਿਆਰਥੀਓ, ਪੰਜਾਬੀ ਸੂਫੀ ਕਵਿਤਾ ਦਾ ਆਰੰਭ ਮੁਸਲਮਾਨਾਂ ਦੇ ਪੰਜਾਬ ਵਿੱਚ ਆਉਣ ਨਾਲ ਹੋਇਆ। ਵਿਦਿਆਰਥੀਓ, ਜਿਹੜੇ ਸੂਫੀ ਕਵੀ ਸੀਗੇ ਉਹ ਅਸਲ ਦੇ ਵਿੱਚ ਜਿਹੜੇ ਮੁਸਲਮਾਨ ਹਮਲਾਵਰ ਪੰਜਾਬ ਦੇ ਵਿੱਚ ਆਏ ਉਹਨਾਂ ਦੇ ਨਾਲ ਆਏ ਸੀ। ਇੱਥੇ ਆ ਕੇ ਉਹ ਰਹਿਣ ਲੱਗ ਗਏ ਅਤੇ ਜਦੋਂ ਉਹਨਾਂ ਨੇ ਲੋਕਾਂ ਦੇ ਜੀਵਨ ਕਾਰ ਵਿਹਾਰ ਨੂੰ ਦੇਖਿਆ ਤਾਂ ਉਹਨਾਂ ਦੀ ਬੋਲੀ ਨੂੰ ਉਹਨਾਂ ਨੇ ਅਪਣਾਇਆ ਅਤੇ ਆਮ ਲੋਕਾਂ ਦੀ ਬੋਲੀ ਨੂੰ ਅਪਣਾ ਕੇ ਉਹਦੇ ਵਿੱਚ ਆਪਣੀਆਂ ਰਚਨਾਵਾਂ ਲਿਖੀਆਂ। ਸੂਫੀ ਫਕੀਰ ਧਾਰਮਿਕ ਕੱਟੜਪੁਣੇ ਨੂੰ ਨਹੀਂ ਸੀ ਮੰਨਦੇ, ਇਸ ਲਈ ਉਹਨਾਂ ਨੇ ਆਪਣੇ ਵਿਚਾਰਾਂ ਨੂੰ ਲੋਕ ਬੋਲੀ ਵਿੱਚ ਪ੍ਰਚਲਿਤ ਬਿੰਬਾਂ, ਪ੍ਰਤੀਕਾਂ ਅਤੇ ਸਥਾਨਕ ਕਾਵਿ ਰੂਪਾਂ ਅਤੇ ਛੰਦਾਂ ਵਿੱਚ ਪ੍ਰਗਟਾਇਆ। ਇਹ ਉਹਨਾਂ ਦੀ ਖੂਬੀ ਸੀ। ਪਿਆਰੇ ਵਿਦਿਆਰਥੀਓ, ਆਪਾਂ ਪਹਿਲਾਂ ਗੱਲ ਕੀਤੀ ਕਿ ਸੂਫੀ ਕਾਵਿ ਜਿਹੜਾ ਆਮ ਲੋਕਾਂ 'ਚ ਬੜਾ ਹਰਮਨ ਪਿਆਰਾ ਹੋਇਆ। ਤੁਹਾਨੂੰ ਬਾਬਾ ਬੁੱਲੇ ਸ਼ਾਹ, ਸ਼ਾਹ ਹੁਸੈਨ, ਬਾਬਾ ਫਰੀਦ ਜੀ ਦੀਆਂ ਜਿਹੜੀਆਂ ਰਚਨਾਵਾਂ ਦੀਆਂ ਤੁਕਾਂ ਲੋਕਾਂ ਦੀਆਂ ਜ਼ੁਬਾਨਾਂ 'ਤੇ ਚੜ੍ਹੀਆਂ ਹੋਈਆਂ ਮਿਲਣਗੀਆਂ। ਉਹ ਇੱਕ ਦੂਜੇ ਨੂੰ ਇਹਨਾਂ ਦੇ ਆਧਾਰ 'ਤੇ ਸੰਦੇਸ਼ ਦਿੰਦੇ ਮਿਲਣਗੇ ਤੁਹਾਨੂੰ, ਕਿਉਂਕਿ ਇਹ ਸਾਨੂੰ ਯਾਦ ਕਰਨੇ ਬਹੁਤ ਸੌਖੇ ਹੈ। ਸਾਡੀ ਭਾਸ਼ਾ, ਸਾਡੀ ਬੋਲੀ ਸਾਡੇ ਲਈ ਸ਼ਾਇਦ ਇਹ ਮਾਣ ਵਾਲੀ ਗੱਲ ਵੀ ਹੈ ਕਿ ਅੱਜ ਤੋਂ ਕਈ 100 ਸਾਲ ਪਹਿਲਾਂ ਇਸ ਸਾਹਿਤ ਦੀ ਰਚਨਾ ਕੀਤੀ ਗਈ ਅਤੇ ਇਹ ਸਾਹਿਤ ਅੱਜ ਵੀ ਸਾਨੂੰ ਆਪਣਾ ਆਪਣਾ ਇਸੇ ਕਰਕੇ ਲੱਗਦਾ ਹੈ ਕਿਉਂਕਿ ਇਹਦੇ ਵਿੱਚ ਅੱਜ ਵਾਲੀ ਬੋਲੀ ਦੇਖੋ ਕਿੰਨੀ ਉਦੋਂ ਜਿਹੜੀ ਬੋਲੀ ਹੈ ਉਹ ਸਾਡੀ ਪ੍ਰਚਲਿਤ ਹੋ ਗਈ ਸੀ ਅਤੇ ਕਿੰਨੇ ਸ਼ੁੱਧ ਰੂਪ ਦੇ ਵਿੱਚ ਸਾਹਮਣੇ ਆ ਗਈ ਸੀ। ਤਾਂ ਇਹਨਾਂ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਲੋਕ ਬੋਲੀ ਦੀ ਵਰਤੋਂ ਕੀਤੀ। ਸੂਫੀ ਕਾਵਿ ਬਾਬਾ ਫਰੀਦ ਤੋਂ ਸ਼ੁਰੂ ਹੁੰਦਾ ਪੰਜਾਬੀ ਦੇ ਵਿੱਚ। ਜੇ ਅਸੀਂ ਗੱਲ ਕਰੀਏ, ਬਾਬਾ ਫਰੀਦ ਜੀ ਦੇ ਵਿਚਾਰਾਂ ਦਾ ਘੇਰਾ ਇੰਨਾ ਵਿਸ਼ਾਲ ਹੈ ਕਿ ਉਹਨਾਂ ਦੀ ਕਵਿਤਾ ਨੂੰ ਉੱਚ ਪੱਧਰ ਦੀ ਅਤੇ ਗੁਰਮਤਿ ਅਨੁਸਾਰ ਹੋਣ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਕੀਤਾ ਗਿਆ। ਫਰੀਦ ਬਾਣੀ ਪੰਜਾਬੀ ਅਧਿਆਤਮਿਕਤਾ ਦੀ ਐਸੀ ਮਿਸਾਲ ਹੈ ਕਿ ਅੱਜ ਤੋਂ 700 ਵਰ੍ਹੇ ਪਹਿਲਾਂ ਉਸ ਮਹਾਨ ਫਕੀਰ ਨੇ ਆਪਣੇ ਭਾਵਾਂ ਨੂੰ ਪ੍ਰਗਟ ਕਰਨ ਲਈ ਪੰਜਾਬੀ ਭਾਸ਼ਾ ਨੂੰ ਚੁਣਿਆ ਅਤੇ ਫਰੀਦ ਜੀ ਦੀ ਬਾਣੀ ਇਖਲਾਕੀ ਗੁਣਾਂ ਦੀ ਧਾਰਨੀ
ਧਾਰਨੀ ਹੈ ਉਹ ਸਹਿਣਸ਼ੀਲਤਾ, ਨਿਮਰਤਾ, ਸਬਰ, ਸੰਤੋਖ, ਬੁਰੇ ਦਾ ਭਲਾ ਕਰਨ ਨੂੰ ਤੇ ਆਪਣੇ ਆਪ ਨੂੰ ਸਵਾਰਨ ਦੀ ਤਾਕੀਦ ਕਰਦੇ। ਇਸ ਦੇ ਨਾਲ ਹੀ ਪਿਆਰੇ ਵਿਦਿਆਰਥੀਓ, ਬੁੱਲੇ ਸ਼ਾਹ ਹੁਸੈਨ ਦੀਆਂ ਰਚਨਾਵਾਂ ਜਦੋਂ ਅਸੀਂ ਪੜ੍ਹਾਂਗੇ, ਅਸਲ ਦੇ ਵਿੱਚ ਵਿਦਿਆਰਥੀਓ ਸੂਫੀ ਕਵੀ ਸਾਰੇ ਉਹ ਸੀਗੇ ਜਿਹੜੇ ਪਖੰਡ ਨੂੰ ਨਹੀਂ ਮੰਨਦੇ ਸੀ। ਫਾਲਤੂ ਦੀਆਂ ਰਹੁ ਰੀਤਾਂ ਨੂੰ ਮੰਨਣ ਦੀ ਬਜਾਏ ਉਹ ਕਹਿੰਦੇ ਸੀ ਕਿ 5 ਵਕਤ ਨਮਾਜ਼ ਪੜ੍ਹਨ ਦਾ ਕੋਈ ਫਾਇਦਾ ਨਹੀਂ ਜੇ ਤੁਹਾਡਾ ਮਨ ਸਾਫ਼ ਨਹੀਂ। ਇਸੇ ਲਈ ਲਿਖਦੇ ਹੈ, ਫੂਕ ਮਸੱਲਾ ਭੰਨ ਸਿੱਟ ਲੋਟਾ, ਨਾ ਫੜ ਤਸਬੀਹ ਕਾਸਾ ਸੋਟਾ। ਕਿ ਸਾਰਾ ਕੁਝ ਜਿਹੜਾ ਤੂੰ ਫੜਿਆ ਹੋਇਆ ਹੱਥ ਦੇ ਵਿੱਚ, ਜਿੱਥੋਂ ਤੂੰ ਇਹ ਲੱਗਦਾ ਹੈ ਕਿ ਤੂੰ ਇੱਕ ਫਕੀਰ ਆ, ਇਹ ਫਕੀਰ ਐਸੇ ਫਕੀਰ ਬਣਨ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਸੱਚੇ ਗੁਣਾਂ ਦੇ ਧਾਰਨੀ ਨਹੀਂ ਹੋਣਾ। ਇਹੀ ਗੱਲਾਂ ਤੁਹਾਨੂੰ ਸ਼ਾਹ ਹੁਸੈਨ, ਬਾਬਾ ਬੁੱਲੇ ਸ਼ਾਹ, ਖਵਾਜਾ ਗੁਲਾਮ ਫਰੀਦ ਦੀਆਂ ਰਚਨਾਵਾਂ ਉਹਨਾਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਕਿ ਉਹਨਾਂ ਨੇ ਦਿਖਾਵੇ ਦਾ ਤੇ ਪਖੰਡ ਦਾ ਹਮੇਸ਼ਾ ਹੀ ਵਿਰੋਧ ਕੀਤਾ ਤੇ ਸੱਚੇ ਸੁੱਚੇ ਜਿਹੜੇ ਜੀਵਨ ਸੀ ਉਸ ਨੂੰ ਬਿਤਾਉਣ ਦੇ ਉਹ ਪੱਖ ਦੇ ਵਿੱਚ ਖੜੇ ਹੋਏ। ਆਓ ਹੁਣ ਆਪਾਂ ਥੋੜ੍ਹੀ ਜਿਹੀ ਗੱਲ ਸਾਡੇ ਅੱਜ ਦੇ ਸੂਫੀ ਕਵੀ ਬਾਬਾ ਬੁੱਲੇ ਸ਼ਾਹ ਜੀ ਬਾਰੇ ਕਰਕੇ ਫਿਰ ਆਪਣੇ ਵਿਸ਼ੇ ਵੱਲ ਵੱਧਦੇ ਹਾਂ। ਵਿਦਿਆਰਥੀਓ, ਬਾਬਾ ਬੁੱਲੇ ਸ਼ਾਹ ਬਾਰੇ ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਕਿ ਸਾਡੇ ਸੂਫੀ ਕਾਵਿ ਦੇ ਉਹ ਮਹਾਨ ਕਵੀ ਹੋਏ ਹੈ। ਉਹਨਾਂ ਦਾ ਜਨਮ ਜ਼ਿਲ੍ਹਾ ਲਾਹੌਰ ਦੇ ਪ੍ਰਸਿੱਧ ਕਸਬੇ ਕਸੂਰ ਦੇ ਨੇੜਲੇ ਪਿੰਡ ਪਾਡੋਕੇ ਵਿੱਚ ਮੀਆਂ ਮੁਹੰਮਦ ਦਰਵੇਸ਼ ਦੇ ਘਰ ਹੋਇਆ। ਬੁੱਲੇ ਸ਼ਾਹ ਨੇ ਮੁੱਢਲੀ ਸਿੱਖਿਆ ਆਪਣੇ ਪਿੰਡ ਦੇ ਸਕੂਲ ਵਿੱਚੋਂ ਹੀ ਪ੍ਰਾਪਤ ਕੀਤੀ ਤੇ ਫਿਰ ਕਸੂਰ ਆ ਕੇ ਰਹਿਣ ਲੱਗੇ। ਲਾਹੌਰ ਆ ਕੇ ਸ਼ਾਹ ਇਨਾਇਤ ਨੂੰ ਆਪਣਾ ਗੁਰੂ ਮੰਨਿਆ, ਜਿਸ ਦੇ ਪ੍ਰੇਮ ਨੇ ਆਪ ਨੂੰ ਅਧਿਆਤਮਿਕ ਉਚਾਈਆਂ ਤੱਕ ਪਹੁੰਚਾਇਆ। ਬੁੱਲੇ ਸ਼ਾਹ ਨੇ ਦਿਖਾਵੇ ਲਈ ਨਿਭਾਈਆਂ ਜਾਂਦੀਆਂ ਰਹੁ ਰੀਤਾਂ ਦਾ ਖੰਡਨ ਕੀਤਾ ਤੇ ਸੱਚੇ ਦਿਲੋਂ ਪਰਮਾਤਮਾ ਦਾ ਨਾਮ ਲੈਣ ਉੱਤੇ ਜ਼ੋਰ ਦਿੱਤਾ। ਬੁੱਲੇ ਸ਼ਾਹ ਨੇ ਕਾਫੀਆਂ, ਦੋੜੇ, ਗੰਢਾਂ, ਅਠਵਾਰੇ ਆਦਿ ਜਿਹੜੇ ਕਾਵਿ ਰੂਪ ਹੈ ਉਹਨਾਂ ਦੇ ਵਿੱਚ ਆਪਣੀ ਰਚਨਾ ਕੀਤੀ ਤੇ ਸਭ ਤੋਂ ਵੱਧ ਜਿਹੜਾ ਪਿਆਰ ਉਹਨਾਂ ਨੂੰ ਮਿਲਿਆ ਉਹ ਬੁੱਲੇ ਸ਼ਾਹ ਦੀਆਂ ਕਾਫੀਆਂ ਨੂੰ ਮਿਲਿਆ। ਜਿਹੜਾ ਕਾਫੀਆਂ ਦਾ ਕਾਵਿ ਰੂਪ ਉਹਨਾਂ ਨੇ ਵਰਤਿਆ ਉਹ ਬੜਾ ਲੋਕਾਂ ਦੇ ਵਿੱਚ ਪ੍ਰਸਿੱਧ ਹੋਇਆ। ਆਪ ਨੇ ਇਸਲਾਮੀ ਸ਼ਰ੍ਹਾ ਵਿੱਚ ਕੇਵਲ ਦਿਖਾਵਾ ਕਰਨ ਦਾ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ। ਆਪ ਦੇ ਖੁੱਲ੍ਹ ਖੁਲਾਸੇ ਅੰਦਾਜ਼ ਕਾਰਨ ਅਤੇ ਕਵਿਤਾ ਵਿਚਲੇ ਵੇਰਵੇ ਪੰਜਾਬੀ ਲੋਕ ਸੰਸਕ੍ਰਿਤੀ ਨਾਲ ਸੰਬੰਧਿਤ ਹੋਣ ਕਰਕੇ ਲੋਕਾਂ ਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਰਚਨਾਵਾਂ ਸੀ ਉਹ ਬੜੀਆਂ ਹਰਮਨ ਪਿਆਰੀਆਂ ਹੋਈਆਂ। ਤਾਂ ਵਿਦਿਆਰਥੀਓ, ਇਹ ਸੀ ਸਾਡੇ ਅੱਜ ਦੇ ਮਹਾਨ ਕਵੀ ਜਿਨ੍ਹਾਂ ਦੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ, ਬਾਬੇ ਬੁੱਲੇ ਸ਼ਾਹ ਜੀ ਦੇ ਜੀਵਨ ਬਾਰੇ ਸੰਖੇਪ ਗੱਲਬਾਤ। ਆਓ ਹੁਣ ਆਪਾਂ ਆਪਣੇ ਵਿਸ਼ੇ ਵੱਲ ਵੱਧਦੇ ਹੋਏ ਬਾਬਾ ਬੁੱਲੇ ਸ਼ਾਹ ਦੀਆਂ ਕਾਫੀਆਂ ਪੜ੍ਹਦੇ ਹਾਂ। ਉਹਨਾਂ ਦੀ ਪਹਿਲੀ ਕਾਫੀ ਜਿਹੜੀ ਸਾਡੇ ਕੋਲੇ ਪਿਆਰੇ ਵਿਦਿਆਰਥੀਓ ਹੈ ਉਹ ਹੈ ਉਲਟੇ ਹੋਰ ਜ਼ਮਾਨੇ ਆਏ। ਇਸ ਕਾਫੀ ਦੇ ਵਿੱਚ ਬਾਬਾ ਬੁੱਲੇ ਸ਼ਾਹ ਲਿਖਦੇ ਹੈ, ਉਲਟੇ ਹੋਰ ਜ਼ਮਾਨੇ ਆਏ ਹੁਣ ਅਸਾਂ ਭੇਦ ਸੱਜਣ ਦੇ ਪਾਏ। ਉਲਟੇ ਹੋਰ ਜ਼ਮਾਨੇ ਆਏ ਹੁਣ ਅਸਾਂ ਭੇਦ ਸੱਜਣ ਦੇ ਪਾਏ। ਆਪਣਿਆਂ ਵਿੱਚ ਉਲਫਤ ਨਾਹੀਂ ਕੋਰੇ ਚਾਚੇ ਤਾਏ। ਪਿਓ ਪੁੱਤਰ ਇਤਫਾਕ ਨਾ ਕਾਈ, ਪਿਓ ਪੁੱਤਰ ਇਤਫਾਕ ਨਾ ਕਾਈ। ਧੀਆਂ ਨਾਲ ਨਾ ਮਾਏ, ਸੱਚਿਆਂ ਨੂੰ ਹੁਣ ਮਿਲਦੇ ਧੱਕੇ। ਸੱਚਿਆਂ ਨੂੰ ਹੁਣ ਮਿਲਦੇ ਧੱਕੇ, ਝੂਠੇ ਕੋਲ ਬਹਾਈ। ਕਾਉ ਲੰਗੜਾਂ ਨੂੰ ਮਾਰਨ ਲੱਗੇ, ਕਾਉ ਲੰਗੜਾਂ ਨੂੰ ਮਾਰਨ ਲੱਗੇ। ਚਿੜੀਆਂ ਜੁਰਰੇ ਖਾਏ, ਇਰਾਕੀਆਂ ਨੂੰ ਚਾਬਕ ਪੈਂਦੇ। ਇਰਾਕੀਆਂ ਨੂੰ ਚਾਬਕ ਪੈਂਦੇ, ਗੱਦੋਂ ਖੁਦ ਖਵਾਏ। ਅਗਲੇ ਜਾ ਬੰਗਾਲੇ ਬੈਠੇ, ਅਗਲੇ ਜਾ ਬੰਗਾਲੇ ਬੈਠੇ। ਪਿਛਲਿਆਂ ਫਰਸ਼ ਵਿਛਾਏ, ਬੁੱਲਾ ਜਿਨ੍ਹਾਂ ਹੁਕਮ ਹਜ਼ੂਰੋਂ ਆਂਦਾ। ਤਿੰਨਾਂ ਨੂੰ ਕੌਣ ਹਟਾਏ। ਬਦਲੇ ਹੋਏ ਉਸ ਸਮੇਂ ਦੇ ਰਾਜਨੀਤਿਕ, ਆਰਥਿਕ ਤੇ ਸਮਾਜਿਕ ਹਾਲਾਤਾਂ ਦੀ ਗੱਲਬਾਤ ਜਿਹੜੀ ਹੈ ਉਹ ਬੁੱਲੇ ਸ਼ਾਹ ਨੇ ਆਪਣੀ ਇਸ ਕਾਫੀ ਦੇ ਵਿੱਚ ਕੀਤੀ ਹੈ। ਅਸਲ ਦੇ ਵਿੱਚ ਪਿਆਰੇ ਵਿਦਿਆਰਥੀਓ, ਇਹ ਉਹ ਦੌਰ ਸੀ ਜਦੋਂ ਜਿਹੜੀ ਮੁਗਲ
ਹਕੂਮਤ ਹੈ ਉਹ ਆਪਣੀ ਢਹਿੰਦੀ ਕਲਾ ਦੇ ਵਿੱਚ ਜਾ ਰਹੀ ਸੀ। ਉਹਦੇ ਜਿਹੜੇ ਸ਼ਾਸਕ ਹੈ ਉਹਨਾਂ ਤੋਂ ਜਿਹੜੇ ਇਲਾਕੇ ਆ ਉਹ ਖੁੱਸ ਰਹੇ ਸੀ ਅਤੇ ਬਹੁਤ ਸਾਰੇ ਹੋਰ ਜਿਹੜੀਆਂ ਸ਼ਕਤੀਆਂ ਉੱਠ ਰਹੀਆਂ ਸੀ, ਜਿਨ੍ਹਾਂ ਵਿੱਚੋਂ ਸਿੱਖ ਵੀ ਇੱਕ ਸੀਗੇ। ਉਹ ਧੜਾ ਧੜ ਇਹਨਾਂ ਨੂੰ ਖਤਮ ਕਰਕੇ ਅੱਗੇ ਵੱਧਦੇ ਆ ਰਹੇ ਸੀਗੇ। ਅਤੇ ਇਹਨਾਂ ਮਾੜੇ ਹਾਲਾਤਾਂ ਦਾ ਹੀ ਜ਼ਿਕਰ ਕਰਦਾ ਹੋਇਆ ਬੁੱਲ੍ਹੇ ਸ਼ਾਹ ਅਫਸੋਸ ਪ੍ਰਗਟ ਕਰਦਾ ਹੈ ਮੁਗਲਾਂ ਦੇ ਮਾੜੇ ਹਾਲਾਤਾਂ 'ਤੇ, ਅਤੇ ਸਿੱਖਾਂ ਦੀ ਚੜ੍ਹਤ 'ਤੇ ਕਿਤੇ ਨਾ ਕਿਤੇ ਉਹ ਦੁੱਖ ਪ੍ਰਗਟ ਕਰਦਾ ਹੈ, ਕਿਉਂਕਿ ਜਿਹੜਾ ਮੁਸਲਮਾਨੀ ਸ਼ਾਸਨ ਸੀਗਾ ਉਹ ਹੌਲੀ ਹੌਲੀ ਖਤਮ ਹੋ ਰਿਹਾ ਸੀ। ਆਓ ਦੇਖਦੇ ਹਾਂ ਕੀ ਲਿਖਦੇ ਆ ਉਹ। ਉਲਟੇ ਹੋਰ ਜ਼ਮਾਨੇ ਆਏ ਹੁਣ ਅਸਾਂ ਭੇਦ ਸੱਜਣ ਦੇ ਪਾਏ। ਜਿਹੜਾ ਸਮਾਂ ਹੈ ਉਹ ਬਦਲ ਗਿਆ, ਸਮਾਂ ਬਦਲ ਗਿਆ, ਉਲਟਾ ਜਿਹੜਾ ਜ਼ਮਾਨਾ ਹੈ ਉਹ ਆ ਗਿਆ। ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ, ਪਰ ਆਪਣੇ ਗੁਰੂ ਸ਼ਾਹ ਇਨਾਇਤ ਦੀ ਕਿਰਪਾ ਦੇ ਨਾਲ ਮੈਂ ਆਪਣੇ ਸੱਜਣ ਦਾ ਭੇਤ ਪਾ ਲਿਆ ਕਿ ਜੋ ਕੁਝ ਵੀ ਇਹ ਹੋ ਰਿਹਾ ਉਹ ਉਸੇ ਦੀ ਹੀ ਰਜ਼ਾ 'ਚ ਹੋ ਰਿਹਾ। ਕੀ ਉਲਟਾ ਹੋ ਗਿਆ? ਆਪਣਿਆਂ ਵਿੱਚ ਉਲਫਤ ਨਾਹੀਂ ਕੋਰੇ ਚਾਚੇ ਤਾਏ। ਜਿਹੜੇ ਆਪਣੇ ਲੋਕ ਸੀਗੇ, ਭੈਣ ਭਰਾ ਇਕੱਠੇ ਰਹਿਣ ਵਾਲੇ ਜੀ ਸੀਗੇ, ਉਹਨਾਂ ਵਿੱਚ ਕੋਈ ਪ੍ਰੇਮ ਪਿਆਰ ਨਹੀਂ ਰਿਹਾ। ਕੋਰੇ ਚਾਚੇ ਤਾਏ, ਜਿਹੜੇ ਚਾਚੇ ਤਾਏ ਸੀਗੇ ਉਹ ਵੀ ਕੋਰੇ ਹੋ ਗਏ, ਮਤਲਬ ਇੱਕ ਦੂਜੇ ਪ੍ਰਤੀ ਉਹ ਨਫ਼ਰਤ ਜਿਹੜੀ ਹੈ ਉਹਨਾਂ ਨੇ ਪਾਲਣੀ ਸ਼ੁਰੂ ਕਰਤੀ। ਪਿਆਰ ਮੁਹੱਬਤ ਰਿਸ਼ਤਿਆਂ ਦੇ ਵਿੱਚੋਂ ਖਤਮ ਹੋ ਗਈ। ਆਪਣਿਆਂ ਵਿੱਚ ਉਲਫਤ ਨਾਹੀਂ ਕੋਰੇ ਚਾਚੇ ਤਾਏ, ਪਿਓ ਪੁੱਤਰ ਇਤਫਾਕ ਨਾ ਕਾਈ। ਇੰਨੇ ਮਾੜੇ ਹਾਲਾਤ ਹੋ ਗਏ, ਇੰਨਾ ਮਾੜਾ ਸਮਾਂ ਆ ਗਿਆ ਕਿ ਜਿਹੜੇ ਪਿਓ ਅਤੇ ਪੁੱਤਰ ਹੈ ਉਹਨਾਂ ਦੇ ਵੀ ਰਿਸ਼ਤਿਆਂ ਦੇ ਵਿੱਚ ਤਿਰੜਾਂ ਆ ਗਈਆਂ, ਉਹਨਾਂ ਵਿੱਚ ਵੀ ਕੋਈ ਇਤਫਾਕ ਨਾ ਰਿਹਾ। ਧੀਆਂ ਨਾਲ ਨਾ ਮਾਏ, ਅਤੇ ਮਾਵਾਂ ਦਾ ਧੀਆਂ ਨਾਲ ਪਿਆਰ ਨਾ ਰਿਹਾ। ਦੇਖੋ ਰਿਸ਼ਤਿਆਂ ਦੇ ਵਿੱਚ ਕਿੰਨੀ ਗਿਰਾਵਟ ਆ ਗਈ। ਪਿਓ ਦੇ ਪੁੱਤਰ ਨਾਲ ਮੋਹ ਨਹੀਂ, ਚਾਚਿਆਂ ਤਾਇਆਂ ਦਾ ਆਪਸੀ ਮੋਹ ਨਹੀਂ, ਧੀਆਂ ਦਾ ਮਾਵਾਂ ਨਾਲ, ਮਾਵਾਂ ਦਾ ਧੀਆਂ ਨਾਲ ਕੋਈ ਮੋਹ ਨਹੀਂ ਰਿਹਾ। ਸੱਚਿਆਂ ਨੂੰ ਹੁਣ ਮਿਲਦੇ ਧੱਕੇ, ਝੂਠੇ ਕੋਲ ਬਹਾਏ। ਜਿਹੜੇ ਸ਼ਾਸਕ ਹੈ ਉਹ ਸੱਚਿਆਂ ਨੂੰ ਧੱਕੇ ਮਾਰ ਰਹੇ ਹੈ, ਅਤੇ ਜਿਹੜੇ ਝੂਠੇ ਲੋਕ ਉਹਨਾਂ ਨੂੰ ਜਾ ਕੇ ਕੋਈ ਗੱਲਾਂ ਸੁਣਾਉਂਦੇ ਹੈ, ਉਹਨਾਂ ਦੀ ਖੁਸ਼ਾਮਦ ਕਰਦੇ ਹੈ, ਉਹਨਾਂ ਨੂੰ ਕੋਲ ਬਿਠਾਉਂਦੇ ਹੈ, ਅਤੇ ਉਹਨਾਂ ਝੂਠੇ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਸਭ ਕੁਝ ਤਬਾਹ ਹੋ ਰਿਹਾ ਹੈ। ਕਾਓ ਲੱਗਣਾ ਨੂੰ ਮਾਰਨ ਲੱਗੇ, ਚਿੜੀਆਂ ਜੁਰਰੇ ਖਾਏ। ਸਮਾਂ ਐਸਾ ਆ ਗਿਆ ਕਿ ਜਿਹੜੇ ਕਾਂ ਉਹ ਸ਼ਿਕਾਰੀਆਂ ਨੂੰ ਵੀ ਮਾਰਨ ਲੱਗ ਪਏ। ਸ਼ਿਕਾਰੀ ਜਿਹੜੇ ਆ ਉਹ ਕਾਵਾਂ ਤੋਂ ਡਰਨ ਲੱਗ ਗਏ। ਕਿੱਥੇ ਜਿਹੜੇ ਸ਼ਿਕਾਰੀ ਆ ਉਹ ਕਾਵਾਂ ਨੂੰ ਮਾਰ ਮਾਰ ਕੇ ਸੁੱਟ ਦਿੰਦੇ ਸੀ, ਪਰ ਕਾਵਾਂ ਵਿੱਚ ਹੀ ਹੁਣ ਇੰਨੀ ਤਾਕਤ ਆ ਗਈ ਕਿ ਸ਼ਿਕਾਰੀਆਂ ਨੂੰ ਵੀ ਮਾਰ ਰਹੇ ਹੈ। ਅਤੇ ਚਿੜੀਆਂ ਜੁਰਰੇ ਖਾਏ, ਜਿਹੜੀਆਂ ਚਿੜੀਆਂ ਉਹ ਬਾਜ਼ਾਂ ਦਾ ਅੰਤ ਕਰੀ ਜਾਂਦੀਆਂ। ਜਿਹੜੀਆਂ ਚਿੜੀਆਂ, ਜਿਹੜੇ ਬਾਜ਼ ਆਉਂਦੇ ਸੀ ਅਤੇ ਚਿੜੀਆਂ ਦਾ ਸ਼ਿਕਾਰ ਕਰਕੇ ਚਲੇ ਜਾਂਦੇ ਸੀ, ਅੱਜ ਉਹ ਚਿੜੀਆਂ ਬਾਜ਼ਾਂ ਨੂੰ ਹੀ ਖਤਮ ਕਰ ਰਹੀਆਂ। ਇਰਾਕੀਆਂ ਨੂੰ ਚਾਬਕ ਪੈਂਦੇ ਗੱਦੋਂ ਖੁਦ ਖਵਾਏ। ਜਿਹੜੇ ਇਰਾਕੀ ਨਸਲ ਦੇ ਸੋਹਣੇ ਘੋੜੇ ਮੁਸਲਮਾਨ ਸ਼ਾਸਕਾਂ ਨੇ ਰੱਖੇ ਹੋਏ ਸੀ, ਉਹਨਾਂ ਨੂੰ ਤਾਂ ਚਾਬਕ ਪੈ ਰਹੇ ਹੈ, ਅਤੇ ਗੱਦੋਂ ਖੁਦ ਖਵਾਏ। ਜਿਹੜੇ ਗਧੇ ਹੈ ਉਹਨਾਂ ਨੂੰ ਵਧੀਆ ਜਿਹੜੇ ਖਾਣੇ ਹੈ ਖਾਣ ਵਾਸਤੇ ਉਹ ਮਿਲ ਰਹੇ ਹੈ। ਅਗਲੇ ਜਾ ਬੰਗਾਲੇ ਬੈਠੇ, ਪਿਛਲਿਆਂ ਫਰਸ਼ ਵਿਛਾਏ। ਜਿਹੜੇ ਮੁਗਲ ਸ਼ਾਸਕ ਉਹ ਤਾਂ ਵਿਚਾਰੇ ਬੰਗਾਲ 'ਚ ਜਾ ਕੇ ਉਹਨਾਂ ਨੇ ਕੈਦ ਕਰ ਲਏ, ਫੜ ਲਏ, ਹਰਾ ਕੇ ਬਿਠਾ ਤੇ, ਪਿਛਲਿਆਂ ਫਰਸ਼ ਵਿਛਾਏ। ਅਤੇ ਜਿਹੜੇ ਸਿੱਖ ਇਸ ਸਮੇਂ ਉੱਭਰਦੇ ਆ ਰਹੇ ਹੈ ਉਹਨਾਂ ਨੇ ਹੇਠਲੀਆਂ ਉੱਪਰ ਕਰਤੀਆਂ, ਜਿਹੜੇ ਸ਼ਾਸਨ ਉਹਨਾਂ 'ਤੇ ਕਬਜ਼ੇ ਕਰ ਲਏ, ਇਲਾਕਿਆਂ ਨੂੰ ਆਪਣੇ ਅਧਿਕਾਰ ਥੱਲੇ ਲੈ ਲਿਆ। ਬੁੱਲਾ ਜਿੰਨਾ ਹੁਕਮ ਹਜ਼ੂਰੋਂ ਆਂਦਾ, ਤਿੰਨਾਂ ਨੂੰ ਕੌਣ ਹਟਾਏ। ਅਤੇ ਨਾਲ ਹੀ ਫਿਰ ਬੁੱਲੇ ਸ਼ਾਹ ਵੀ ਕਹਿੰਦਾ ਹੈ ਕਿ ਜਿਨ੍ਹਾਂ ਨੂੰ ਜਿਹੜਾ ਹੁਕਮ ਉਹ ਧੁਰੋਂ ਆਇਆ, ਪਿੱਛੋਂ ਜਿਨ੍ਹਾਂ ਨੂੰ ਇਹ ਹੁਕਮ ਆ ਗਿਆ, ਅਤੇ ਜਿਨ੍ਹਾਂ ਨੂੰ ਸ਼ਾਸਨ ਕਰਨ ਦੀਆਂ ਜਿਨ੍ਹਾਂ ਨੂੰ ਹਿੰਮਤਾਂ ਆ ਗਈਆਂ, ਉਹਨਾਂ ਨੂੰ ਫਿਰ ਰੋਕਿਆ ਅਤੇ ਹਟਾਇਆ ਨਹੀਂ ਜਾ ਸਕਦਾ। ਤਾਂ ਇਹ ਸੀ ਸਾਡੀ ਕਾਫੀ ਪਿਆਰੇ ਵਿਦਿਆਰਥੀਓ ਉਲਟੇ ਹੋਰ ਜ਼ਮਾਨੇ ਆਏ। ਇਹਦਾ ਆਪਾਂ ਕੇਂਦਰੀ ਭਾਵ ਵੀ ਨਾਲ ਨਾਲ ਪੜ੍ਹ ਲੈਂਦੇ ਹਾਂ। ਉਲਟੇ ਹੋਰ ਜ਼ਮਾਨੇ ਆਏ। ਸੰਸਾਰ ਵਿੱਚ ਜੋ ਸਮਾਜਿਕ ਗਿਰਾਵਟ ਆਉਂਦੀ ਹੈ ਜਾਂ ਜੋ ਰਾਜਸੀ ਉਥਲ ਪੁਥਲ ਹੁੰਦੀ ਹੈ, ਉਹ ਅਸਲ ਵਿੱਚ ਰੱਬੀ ਹੁਕਮ ਅਨੁਸਾਰ ਹੁੰਦੀ ਹੈ, ਜਿਸ ਨੂੰ ਕੋਈ ਮੋੜ ਨਹੀਂ ਸਕਦਾ। ਤਾਂ ਇਹੀ ਇਸ ਸਾਰੀ ਕਾਫੀ ਦਾ ਕੇਂਦਰੀ ਭਾਵ ਸੀਗਾ ਕਿ ਜੋ ਗਿਰਾਵਟ ਸਮਾਜ ਦੇ ਵਿੱਚ ਆ ਰਹੀ ਸੀਗੀ, ਸ਼ਾਸਨ ਬਦਲ ਰਹੇ ਸੀਗੇ, ਉਹ ਸਭ ਕੁਝ ਰੱਬੀ ਹੁਕਮ ਦੇ ਵਿੱਚ ਹੋ ਰਿਹਾ ਸੀ। ਬੁੱਲੇ ਨੇ ਜਾਣ ਲਿਆ ਸੀ ਕਿ ਸਭ ਕੁਝ ਰੱਬੀ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ, ਇਸੇ ਲਈ ਇਸ ਨੂੰ ਮੋੜਿਆ ਨਹੀਂ ਜਾ ਸਕਦਾ।
ਤਾਂ ਇਹ ਸੀ ਸਾਡੀ ਪਹਿਲੀ ਕਾਫੀ। ਆਓ ਹੁਣ ਆਪਾਂ ਆਪਣੀ ਦੂਜੀ ਕਾਫੀ ਪੜ੍ਹਦੇ ਹਾਂ ਤੇ ਦੇਖਦੇ ਹਾਂ ਕੀ ਲਿਖਦੇ ਹੈ ਬੁੱਲੇ ਸ਼ਾਹ। ਦੂਜੀ ਕਾਫੀ ਬੜੀ ਪਿਆਰੀ ਕਾਫੀ ਬੁੱਲੇ ਸ਼ਾਹ ਦੀ ਲਿਖੀ ਹੋਈ ਹੈ ਪਿਆਰੇ ਵਿਦਿਆਰਥੀਓ। ਮਾਟੀ ਕੁਦਮ ਕਰੇਂਦੀ ਯਾਰ, ਮਾਟੀ ਕੁਦਮ ਕਰੇਂਦੀ ਯਾਰ, ਵਾਹ ਵਾਹ ਮਾਟੀ ਦੀ ਗੁਲਜ਼ਾਰ। ਮਾਟੀ ਘੋੜਾ ਮਾਟੀ ਜੋੜਾ, ਮਾਟੀ ਘੋੜਾ ਮਾਟੀ ਜੋੜਾ, ਮਾਟੀ ਦਾ ਅਸਵਾਰ। ਮਾਟੀ ਮਾਟੀ ਨੂੰ ਦੜਾਵੇ, ਮਾਟੀ ਮਾਟੀ ਨੂੰ ਦੜਾਵੇ, ਮਾਟੀ ਦਾ ਖੜਕਾਰ। ਮਾਟੀ ਮਾਟੀ ਨੂੰ ਮਾਰਨ ਲੱਗੀ, ਮਾਟੀ ਦੇ ਹਥਿਆਰ। ਜਿਸ ਮਾਟੀ ਪਰ ਬਹੁਤੀ ਮਾਟੀ, ਤਿਸ ਮਾਟੀ ਅਹੰਕਾਰ। ਮਾਟੀ ਬਾਗ ਬਗੀਚਾ ਮਾਟੀ, ਮਾਟੀ ਬਾਗ ਬਗੀਚਾ ਮਾਟੀ, ਮਾਟੀ ਦੀ ਗੁਲਜ਼ਾਰ। ਮਾਟੀ ਮਾਟੀ ਨੂੰ ਦੇਖਣ ਆਈ, ਮਾਟੀ ਦੀ ਬਹਾਰ। ਹੱਸ ਖੇਡ ਫਿਰ ਮਾਟੀ ਹੋਵੇ, ਪੈਂਦੀ ਪਾਓ ਪਸਾਰ। ਬੁੱਲਾ ਸ਼ਾਹ ਬੁਝਾਰਤ ਬੁੱਝੇ, ਬਹਿ ਸਿਰੇ ਥੀ ਪਾਰ। ਤਾਂ ਇਹ ਸੀ ਸਾਡੀ ਕਾਫੀ ਮਾਟੀ ਕੁਦਮ ਕਰੇਂਦੀ ਯਾਰ। ਆਓ ਆਪਾਂ ਹੁਣ ਇਸ ਦੇ ਅਰਥ ਵੀ ਪੜ੍ਹ ਲੈਂਦੇ ਹਾਂ। ਬੁੱਲੇ ਸ਼ਾਹ ਨੇ ਗੱਲ ਕੀਤੀ ਹੈ ਕਿ ਸਭ ਕੁਝ ਮਿੱਟੀ ਹੈ, ਮਨੁੱਖ ਵੀ ਮਿੱਟੀ ਹੈ, ਸਾਰੀਆਂ ਅਵਸਥਾ ਵੀ ਮਿੱਟੀ ਹੈ। ਮਾਟੀ ਕੁਦਮ ਕਰੇਂਦੀ ਯਾਰ, ਵਾਹ ਵਾਹ ਮਾਟੀ ਦੀ ਗੁਲਜ਼ਾਰ। ਜਿਹੜੀ ਮਾਟੀ ਹੈ, ਤਣ ਰੂਪੀ ਮਿੱਟੀ ਹੈ, ਉਹ ਨੱਚਦੀ ਖੇਡਦੀ ਹੱਸਦੀ ਫਿਰਦੀ ਹੈ ਤੇ ਚਾਰ ਸਪੇਰੇ ਮਾਟੀ ਦੀ ਹੀ ਫੁਲਵਾੜੀ ਹੈ। ਮਾਟੀ ਘੋੜਾ ਮਾਟੀ ਜੋੜਾ, ਮਾਟੀ ਦਾ ਸਵਾਰ। ਜਿਹੜਾ ਘੋੜਾ ਹੈ, ਇੱਕ ਘੋੜੇ ਦੇ ਉੱਪਰ ਕੋਈ ਸਵਾਰੀ ਕਰ ਰਿਹਾ ਹੈ ਤਾਂ ਘੋੜੇ ਨੇ ਵੀ ਮਿੱਟੀ ਹੋ ਜਾਣਾ, ਸਵਾਰ ਨੇ ਵੀ ਮਿੱਟੀ ਹੋ ਜਾਣਾ ਤੇ ਸਾਰੀ ਮਿੱਟੀ ਹੈ। ਇਸੇ ਲਈ ਬੁੱਲੇ ਸ਼ਾਹ ਕਹਿ ਰਹੇ ਕਿ ਅਸਲ ਦੇ ਵਿੱਚ ਮਿੱਟੀ ਹੀ ਤੁਰੀ ਫਿਰਦੀ ਹੈ। ਇੱਕ ਵੀ ਮਿੱਟੀ, ਦੋ ਵੀ ਮਿੱਟੀ, ਤਿੰਨ ਵੀ ਮਿੱਟੀ। ਮਾਟੀ ਘੋੜਾ ਮਾਟੀ ਜੋੜਾ, ਸਾਰੇ ਹੀ ਮਿੱਟੀ ਹੈ। ਮਾਟੀ ਦਾ ਸਵਾਰ, ਤੇ ਜਿਹੜਾ ਉਹਦੇ ਤੇ ਸਵਾਰ ਹੈ ਉਹ ਵੀ ਉਹਨੇ ਵੀ ਮਿੱਟੀ ਹੀ ਹੋਣਾ। ਮਾਟੀ ਮਾਟੀ ਨੂੰ ਦੜਾਵੇ, ਮਾਟੀ ਦਾ ਖੜਕਾਰ। ਮਾਟੀ ਮਾਟੀ ਨੂੰ ਭਜਾ ਰਹੀ ਹੈ। ਜੇ ਕੋਈ ਇਨਸਾਨ ਕਿਸੇ ਇਨਸਾਨ ਨੂੰ ਭਜਾਉਂਦਾ ਹੈ ਜਾਂ ਇਨਸਾਨ ਕਿਸੇ ਘੋੜੇ ਨੂੰ ਜਾਨਵਰ ਨੂੰ ਭਜਾਉਂਦਾ ਹੈ ਤਾਂ ਹੋਣੇ ਤਾਂ ਸਾਰੇ ਮਿੱਟੀ ਹੈ। ਅਖੀਰ ਜਿਹੜਾ ਮਿੱਟੀ ਹੀ ਸਭ ਤੋਂ ਵੱਡਾ ਸੱਚ ਹੈ, ਮਿੱਟੀ ਹੀ ਸਭ ਨੇ ਹੋ ਜਾਣਾ। ਤਾਂ ਦੇਖੋ, ਮਾਟੀ ਮਾਟੀ ਨੂੰ ਦੜਾਵੇ, ਮਾਟੀ ਦਾ ਖੜਕਾਰ। ਤੇ ਉਸੇ ਹੀ ਮਾਟੀ ਦਾ ਖੜਕਾਰ ਪੈ ਰਿਹਾ। ਮਾਟੀ ਮਾਟੀ ਨੂੰ ਮਾਰਨ ਲੱਗੀ, ਮਾਟੀ ਦੇ ਹਥਿਆਰ। ਇੱਕ ਮਾਟੀ ਇੱਕ ਮਨੁੱਖ ਦੂਜੇ ਮਨੁੱਖ ਨੂੰ ਮਾਰਨ ਗਿਆ ਤੇ ਉਹਨੇ ਹਥਿਆਰ ਵਰਤਿਆ ਤੇ ਦੇਖੋ ਹੈ ਤਿੰਨੋਂ ਹੀ ਮਿੱਟੀ। ਪਹਿਲੇ ਨੇ ਮਿੱਟੀ ਹੋ ਜਾਣਾ, ਦੂਸਰੇ ਨੇ ਮਿੱਟੀ ਹੋ ਜਾਣਾ, ਤੇ ਜਿਹੜਾ ਹਥਿਆਰ ਵਰਤਿਆ ਉਹਨੇ ਵੀ ਅਖੀਰ ਇੱਕ ਦਿਨ ਮਿੱਟੀ ਹੋ ਕੇ ਮਿੱਟੀ ਵਿੱਚ ਰਲ ਜਾਣਾ। ਜਿਸ ਮਾਟੀ ਪਰ ਬਹੁਤੀ ਮਾਟੀ, ਤਿਸ ਮਾਟੀ ਅਹੰਕਾਰ। ਤੇ ਜਿਸ ਮਾਟੀ ਤੇ ਜ਼ਿਆਦਾ ਮਾਟੀ, ਮਤਲਬ ਜੋ ਜ਼ਿਆਦਾ ਵੱਡਾ ਹੈ ਉਨੀ ਜ਼ਿਆਦਾ ਮਿੱਟੀ ਬਣੂਗਾ, ਹੈ ਨਾ। ਜਿਹਦਾ ਸਰੀਰ ਜ਼ਿਆਦਾ ਵੱਡਾ ਹੈ ਉਹ ਮਿੱਟੀ ਦੀ ਮੁੱਠ ਜ਼ਿਆਦਾ ਬਣ ਜੂਗਾ, 1.5 ਮੁੱਠੀ ਬਣ ਜੂਗੀ। ਤਾਂ ਇਸ ਤਰ੍ਹਾਂ ਕਰਕੇ ਜਿਹੜੀ ਜਿੰਨੀ ਜ਼ਿਆਦਾ ਮਾਟੀ ਹੈ, ਜਿੰਨਾ ਜ਼ਿਆਦਾ ਕੋਈ ਵੱਡਾ ਹੈ, ਉਨੀ ਉਹ ਜ਼ਿਆਦਾ ਉਹਦੇ ਵਿੱਚ ਹੰਕਾਰ ਪੈਦਾ ਹੋਇਆ। ਮਾਟੀ ਬਾਗ ਬਗੀਚਾ ਮਾਟੀ। ਮਿੱਟੀ ਜਿਹੜੀ ਹੈ, ਸਾਡੇ ਜਿਹੜੇ ਬਾਗ ਬਗੀਚੇ ਹੈ ਉਹ ਵੀ ਮਿੱਟੀ ਹੈ, ਬਾਗ ਵੀ ਮਿੱਟੀ ਹੈ, ਬਗੀਚੇ ਮਿੱਟੀ ਹੈ। ਮਾਟੀ ਦੀ ਗੁਲਜ਼ਾਰ, ਮਾਟੀ ਦੀ ਜਿਹੜੀ ਫੁਲਵਾੜੀਆਂ ਇਹ ਖਿੜੀਆਂ ਹੋਈਆਂ ਹੈ। ਮਾਟੀ ਮਾਟੀ ਨੂੰ ਦੇਖਣ ਆਈ, ਮਾਟੀ ਦੀ ਬਹਾਰ। ਕਿ ਮਿੱਟੀ ਹੀ ਮਿੱਟੀ ਨੂੰ ਦੇਖਣ ਆਈ। ਅਸੀਂ ਬਾਗ ਬਗੀਚੇ ਦੇਖਣ ਜਾਂਦੇ ਹਾਂ, ਫੁੱਲ ਦੇਖਣ ਜਾਂਦੇ ਹਾਂ, ਅਸੀਂ ਵੀ ਮਿੱਟੀ ਹੋ ਜਾਣਾ ਹੈ, ਉਹਨਾਂ ਫੁੱਲਾਂ ਨੇ ਵੀ ਮਿੱਟੀ ਹੋ ਜਾਣਾ ਹੈ। ਮਾਟੀ ਦੀ ਬਹਾਰ, ਉਸੇ ਮਿੱਟੀ ਦੀ ਬਹਾਰ ਜਿਹੜੀ ਹੈ ਉਹ ਅਸੀਂ ਦੇਖਦੇ ਜਾ ਰਹੇ ਹਾਂ। ਅਖੀਰ ਜਿਹੜਾ ਸੱਚ ਹੈ ਉਹ ਪਰਮਾਤਮਾ ਹੀ ਹੈ। ਹਰ ਚੀਜ਼ ਨੇ ਮਿੱਟੀ ਹੋ ਜਾਣਾ। ਹੱਸ ਖੇਡ ਫਿਰ ਮਾਟੀ ਹੋਵੇ, ਪੈਂਦੀ ਪਾਓ ਪਸਾਰ। ਤੇ ਇੱਕ ਸਮਾਂ ਆਉਂਦਾ ਕਿਹੜੀ ਮਾਟੀ ਹੈ, ਇਹ ਮਿੱਟੀ ਹੈ, ਹੱਸਦੀ ਖੇਡਦੀ ਹੋਈ ਡਿੱਗ ਪੈਂਦੀ ਹੈ। ਮਨੁੱਖ ਜਿਹੜਾ ਇਨਸਾਨ ਆ ਉਹ ਮਰ ਜਾਂਦਾ, ਉਹ ਚੱਲਿਆ ਜਾਂਦਾ ਹੈ ਤੇ ਪੈਰ ਪਸਾਰ ਕੇ ਉਹ ਪੈ ਜਾਂਦਾ ਹੈ ਤੇ ਸਾਰੇ ਉਹਨੂੰ ਕਬਰ ਦੇ ਵਿੱਚ ਪਾ ਦਿੰਦੇ ਹੈ ਜਾਂ ਉਹਨੂੰ ਸੰਸਕਾਰ ਕਰ ਦਿੰਦੇ ਹੈ। ਤਾਂ ਸਾਰਾ ਅਖੀਰ ਮਿੱਟੀ ਹੀ ਬਣ ਜਾਂਦਾ ਹੈ। ਬੁੱਲਾ ਸ਼ਾਹ ਬੁਝਾਰਤ ਬੁੱਝੇ, ਬਹਿ ਸਿਰੇ ਥੀ ਪਾਰ। ਤੇ ਜਦੋਂ ਇਨਸਾਨ ਨੂੰ ਇਸ ਚੀਜ਼ ਦੀ ਸਮਝ ਆਉਂਦੀ ਹੈ, ਜਦੋਂ ਇਨਸਾਨ ਨੂੰ ਇਸ ਚੀਜ਼ ਦੀ ਸਮਝ ਆਉਂਦੀ ਹੈ ਕਿ ਹੈ ਤਾਂ ਸਾਰਾ ਕੁਛ ਮਿੱਟੀ, ਫਿਰ ਮੈਂ ਕਾਹਦੇ ਪਿੱਛੇ ਭੱਜਿਆ? ਮੈਂ ਵੀ ਮਿੱਟੀ ਹਾਂ। ਜਿਹਨੂੰ ਦੂਸਰੇ ਨੂੰ ਮੈਂ ਮਿਲਣਾ ਚਾਹੁੰਦਾ ਉਹ ਵੀ ਮਿੱਟੀ ਹੈ। ਜੋ ਅਸੀਂ ਦੋਨੋਂ ਰਲ ਕੇ ਕਰਨਾ ਚਾਹੁੰਦੇ ਹਾਂ ਉਹ ਵੀ ਮਿੱਟੀ ਹੈ। ਸਭ ਕੁਝ ਅਖੀਰ ਮਿੱਟੀ ਹੀ ਹੋ ਜਾਣਾ ਹੈ
ਤਾਂ ਬੁੱਲਾ ਸ਼ਾਹ ਬੁਝਾਰਤ ਬੁੱਝੇ ਬੈ ਸਿਰੇ ਥੀ ਪਾਰ। ਤਾਂ ਫਿਰ ਉਹ ਸਿਰ ਫੜ ਕੇ ਬਹਿ ਜਾਂਦਾ ਹੈ ਕਿ ਸਭ ਕੁਝ ਮਿੱਟੀ ਹੈ ਤੇ ਕਿਉਂ ਮਿੱਟੀ ਪਿੱਛੇ ਹੀ ਮੈਂ ਤੁਰਿਆ ਫਿਰਦਾ। ਤਾਂ ਸੰਸਾਰ ਦੀ ਨਾਸ਼ਮਾਨਤਾ ਦਾ ਜਿਹੜਾ ਸੰਦੇਸ਼ ਹੈ ਉਹ ਇਸ ਕਾਫੀ ਦੇ ਵਿੱਚ ਬੁੱਲੇ ਸ਼ਾਹ ਨੇ ਦਿੱਤਾ ਹੈ। ਆਓ ਕੇਂਦਰੀ ਭਾਵ ਤੇ ਛੋਟੀ ਜਿਹੀ ਝਲਕ ਮਾਰ ਲੈਂਦੇ ਆਪਾਂ ਇੱਕ ਵਾਰ। ਮਾਟੀ ਕੁਦਮ ਕਰੇਂਦੀ ਯਾਰ, ਸਾਰੀ ਸ੍ਰਿਸ਼ਟੀ ਮਿੱਟੀ ਦਾ ਪਸਾਰਾ ਹੈ, ਮਨੁੱਖ ਵੀ ਮਿੱਟੀ ਹੈ। ਜਿਸ ਮਨੁੱਖ ਤੇ ਸੰਸਾਰਕ ਪਦਾਰਥਾਂ ਦੀ ਮਿੱਟੀ ਬਹੁਤ ਹੁੰਦੀ ਹੈ, ਭਾਵ ਜਿਸ ਕੋਲ ਮਾਇਆ ਧਨ ਬਹੁਤ ਹੁੰਦਾ ਹੈ, ਉਹ ਬਹੁਤ ਹੰਕਾਰਿਆ ਹੁੰਦਾ ਹੈ। ਮਨੁੱਖ ਜੀਵਨ ਭਰ ਹੱਸ ਖੇਡ ਕੇ ਅੰਤ ਮਿੱਟੀ ਹੀ ਹੋ ਜਾਂਦਾ। ਜਦੋਂ ਸਰੀਰ ਦੀ ਉਹ ਇਸ ਅਸਲੀਅਤ ਨੂੰ ਜਾਣ ਜਾਂਦਾ ਹੈ ਤਾਂ ਉਹ ਹੰਕਾਰ ਰਹਿਤ ਹੋ ਜਾਂਦਾ। ਇਹ ਸੀ ਇਸ ਕਾਫੀ ਦਾ ਕੇਂਦਰੀ ਭਾਵ। ਪਿਆਰੇ ਵਿਦਿਆਰਥੀਓ, ਆਓ ਹੁਣ ਆਪਾਂ ਅਗਲੀ ਕਾਫੀ ਪੜ੍ਹਦੇ ਹਾਂ। ਅਗਲੀ ਕਾਫੀ ਜਿਹੜੀ ਸਾਡੀ ਉਹ ਹੈ, ਪਾਇਆ ਹੈ ਕਿਛ ਪਾਇਆ ਹੈ। ਪਾਇਆ ਹੈ ਕਿਛ ਪਾਇਆ ਹੈ, ਮੇਰੇ ਸਤਿਗੁਰ ਅਲਖ ਲਖਾਇਆ ਹੈ। कहूँ वैर पढ़ा कहूँ बेली हो, कहूँ मजनू जो कंदू लेली हो। कहूँ आप गुरु कहीं चेली हो, आप का पंथ बताया है। पाया है किछ पाया है। कहूँ मस्जिद का वरतारा है, कहूँ बनिया ठाकर द्वारा है। कहूँ बैरागी जट धारा है, कहूँ शेख नबी बन आया है। कहूँ तुर्क हो कलमा पढ़ते हो, कहूँ भगत हिंदू जप करते हो। कहूँ घोर गुफा में पढ़ते हो, कहूँ घर घर लाड़ लड़ाया है। बुल्ला मैं थी बेमुहताज हुआ, महाराज मिल्या मेरा काज हुआ। दर्श पिया का मुझे इलाज हुआ, आप में आप समाया है। पाया है किछ पाया है। ਇਹ ਸੀ ਸਾਡੀ ਕਾਫੀ, ਤੀਸਰੀ ਕਾਫੀ, ਪਾਇਆ ਹੈ ਕਿਛ ਪਾਇਆ ਹੈ। ਆਓ ਇਸ ਦੀ ਪ੍ਰਸ਼ੰਸਾ ਦੀ ਵਿਆਖਿਆ ਆਪਾਂ ਕਰ ਲੈਂਦੇ ਹਾਂ। ਪਾਇਆ ਹੈ ਕਿਛ ਪਾਇਆ ਹੈ, ਮੇਰੇ ਸਤਿਗੁਰ ਅਲਖ ਲਖਾਇਆ ਹੈ। ਬੁੱਲੇ ਸ਼ਾਹ ਕਹਿ ਰਿਹਾ ਹੈ ਕਿ ਮੈਂ ਉਸ ਪਰਮਾਤਮਾ ਨੂੰ ਪਾ ਲਿਆ ਤੇ ਉਸ ਪਰਮਾਤਮਾ ਨੇ ਮੈਨੂੰ ਜਿਹੜੀ ਚੀਜ਼ ਦਿਖਾਈ ਨਹੀਂ ਸੀ ਜਾ ਸਕਦੀ, ਮੇਰੇ ਗੁਰੂ ਨੇ, ਮੇਰੇ ਗੁਰੂ ਸ਼ਾਹ ਇਨਾਇਤ ਨੇ ਮੇਰੇ ਤੇ ਇੰਨੀ ਕਿਰਪਾ ਕੀਤੀ ਕਿ ਜਿਸ ਪਰਮਾਤਮਾ ਨੂੰ ਦੇਖਿਆ ਨਹੀਂ ਜਾ ਸਕਦਾ, ਦਿਖਾਇਆ ਨਹੀਂ ਜਾ ਸਕਦਾ, ਮੈਨੂੰ ਉਹ ਵੀ ਦਿਖਾ ਦਿੱਤਾ। ਤੇ ਉਸ ਦੇ ਦੇਖਣ ਤੋਂ ਬਾਅਦ ਮੇਰੀ ਜਿਹੜੀ ਸੁਰਤੀ ਬਿਰਤੀ ਉਹ ਕਿਸ ਤਰ੍ਹਾਂ ਦੀ ਹੋ ਗਈ। ਕਹੂੰ ਵੈਰ ਪੜਾਂ ਕਹੂੰ ਬੇਲੀ ਹੈ, ਵੀ ਮੇਰਾ ਚਾਹੇ ਕੋਈ ਵੈਰੀ ਹੈ ਜਾਂ ਬੇਲੀ ਹੈ, ਉਹ ਮੈਨੂੰ ਸਾਰੇ ਇੱਕੋ ਜਿਹੇ ਲੱਗਦੇ ਹੈ। ਮੈਨੂੰ ਕੋਈ ਫਰਕ ਹੀ ਨਹੀਂ ਲੱਗਦਾ, ਨਾ ਕੋਈ ਆਪਣਾ ਲੱਗਦਾ ਨਾ ਕੋਈ ਪਰਾਇਆ ਲੱਗਦਾ। ਜਿਹੜੇ ਪਰਾਏ ਉਹ ਆਪਣੇ ਲੱਗਦੇ, ਜਿਹੜੇ ਆਪਣੇ ਉਹ ਵੀ ਪਰਾਏ ਲੱਗਦੇ ਹੈ, ਕਿਉਂਕਿ ਅਖੀਰ ਨੂੰ ਹੋਣਾ ਤਾਂ ਸਭ ਨੇ मिट्टी है। कहूँ वैर पढ़ा कहूँ बेली है, कहूँ मजनू जो कंदू लेली हो। ਤੇ ਕਿਤੇ ਮੈਨੂੰ ਉਹ ਲੈਲਾ ਮਜਨੂ ਦੀ ਤਰ੍ਹਾਂ ਪ੍ਰੇਮੀ ਲੱਗਦੇ ਹੈ। ਉਹਨਾਂ ਪ੍ਰੇਮੀਆਂ ਦੀ ਜਿਹੜੀ ਉਦਾਹਰਨ ਹੈ ਉਹ ਦਿੱਤੀ ਗਈ ਹੈ। कहूँ आप गुरु कहूँ चेली हो। ਗੁਰੂ ਵੀ ਮੈਨੂੰ ਆਪ ਹੀ ਲੱਗਦਾ ਹੈ ਤੇ ਚੇਲੀ ਵੀ ਮੈਂ ਆਪ ਹੀ ਲੱਗਦੀ ਹਾਂ। ਵੀ ਸਭ ਕੁਝ ਇੱਕਮਿਕ ਹੀ ਹੋ ਗਿਆ ਜਦੋਂ ਉਸ परमात्मा ਨੂੰ मैं पा लिया। आप का पंथ बताया है। मैनू उसका जिहड़ा पंथ है, उसका जिहड़ा सारा कामकार है, जो उसकी किरपा है, वो सारी मैनू शाह इनायत ने दस दिती है। ते मैं ये किरपा पा के धन धन हो गया। कहूँ आप गुरु कहूँ चेली है, आपे गुरु आपे चेला, आप का पंथ बताया है। ते मैनू उसने अपना जिहड़ा पंथ है, अपना ਜਿਹੜਾ ਸਾਰਾ ਕਾਰ ਵਿਹਾਰ ਕੰਮਕਾਰ ਹੈ ਉਹ ਮੈਨੂੰ ਸਾਰਾ ਦੱਸ ਦਿੱਤਾ ਹੈ। कहूँ मस्जिद का वरतारा है, कहूँ ਬਣਿਆ ਠਾਕੁਰ ਦੁਆਰਾ ਹੈ। ਪਰ ਉਹਦੇ ਰੂਪ ਬਹੁਤ ਹੈ, ਉਹਨੇ ਫਿਰ ਆਪਦੇ ਰੂਪ ਬਹੁਤ ਬਣਾਏ ਹੋਏ ਹੈ। ਜਦੋਂ ਮੈਂ ਸੰਸਾਰ ਦੇ ਵਿੱਚ ਵਿਚਰਦਾ ਤਾਂ ਮੈਨੂੰ ਉਹਦੇ ਬਹੁਤ ਸਾਰੇ ਰੂਪ ਦਿਖਦੇ ਹੈ। ਕਿਹੜੇ ਕਿਹੜੇ ਰੂਪ ਦਿਖਦੇ ਹੈ। कहूँ मस्जिद का वरतारा है, ਵੀ ਕਿਤੇ ਮਸਜਿਦਾਂ ਬਣੀਆਂ ਹੋਈਆਂ ਹੈ, ਕੋਈ ਜਿਹੜੇ ਮੁਸਲਮਾਨ ਹੈ ਉਹ ਉੱਥੇ ਨਮਾਜ਼ਾਂ ਅਦਾ ਕਰ ਰਹੇ ਹੈ। ਕਿਤੇ कहूँ ਬਣਿਆ ਠਾਕੁਰ ਦੁਆਰਾ ਹੈ, ਕਿਤੇ ਠਾਕੁਰ ਦੁਆਰਾ ਬਣਿਆ ਹੈ, ਕਿਤੇ ਮੰਦਰ ਬਣੇ ਹੋਏ ਹੈ। कहूँ बैरागी जट धारा है, ਤੇ ਕਿਤੇ ਬੈਰਾਗੀ ਸਾਧੂ ਸੰਤ ਬਣੇ ਹੈ, ਜਟਾਂ ਉਹਨਾਂ ਨੇ ਰੱਖੀਆਂ ਹੋਈਆਂ ਤੇ ਜਟ ਧਾਰੀ ਬਣ ਕੇ ਘੁੰਮ ਰਿਹਾ। ਉਹ ਵੀ ਜਿਹੜਾ ਪਰਮਾਤਮਾ ਦਾ ਰੂਪ ਹੈ। ਮੈਨੂੰ ਸਾਰੇ ਪਾਸੇ ਇੱਕੋ ਜਿਹਾ ਹੀ
ਦਿਖਦਾ ਹੈ ਤੇ ਦਿਖਦਾ ਕੌਣ ਹੈ? ਤੂੰ ਹੀ ਤੂੰ। ਕਹੂੰ ਸ਼ੇਖ ਨਬੀ ਬਣ ਆਇਆ, ਤੇ ਕਿਤੇ ਸ਼ੇਖਾਂ ਵਰਗਾ ਸ਼ੇਖ ਨਬੀ ਬਣਿਆ ਫਿਰਦਾ ਹੈ। ਕੌਣ ਬਣਿਆ ਫਿਰਦਾ ਹੈ? ਉਹ ਪਰਮਾਤਮਾ। ਕਿਤੇ ਮਸਜਿਦ ਕਾ ਵਰਤਾਰਾ ਹੈ, ਕਿਤੇ ਬਣਿਆ ਠਾਕੁਰ ਦੁਆਰਾ ਹੈ। ਕਹੂੰ ਬਣਿਆ ਠਾਕੁਰ ਦੁਆਰਾ ਹੈ, ਕਹੂੰ ਬੈਰਾਗੀ ਜਟ ਤਾਰਾ ਹੈ, ਕਹੂੰ ਸ਼ੇਖ ਨਬੀ ਬਣ ਆਇਆ ਹੈ। ਕਹੂੰ ਤੁਰਕ ਹੋ ਕਲਮਾ ਪੜ੍ਹਤੇ ਹੋ, ਕਿਤੇ ਤੁਰਕ ਹੋ ਕੇ ਕਲਮਾ ਪੜ੍ਹੀ ਜਾਂਦੇ ਆ ਮੁਸਲਮਾਨ, ਉੱਥੇ ਆਪਦੀਆਂ ਨਮਾਜ਼ਾਂ ਅਦਾ ਕਰੀ ਜਾਂਦੇ ਆ। ਕਹੂੰ ਭਗਤ ਹਿੰਦੂ ਜਪ ਕਰਤੇ ਹੋ, ਤੇ ਕਿਤੇ ਜਿਹੜੇ ਭਗਤ ਹੈ ਹਿੰਦੂ ਹੈ ਉਹ ਨਾਮ ਦਾ ਜਾਪ ਕਰ ਰਹੇ ਆ, ਰਾਮ ਨਾਮ ਦਾ ਜਾਪ ਕਰ ਰਹੇ ਆ, ਪਰ ਹੈ ਸਭ ਕੁਝ ਇੱਕੋ ਹੀ। ਕਹੂੰ ਘੋਰ ਗੁਫਾ ਮੇ ਪੜ੍ਹਤੇ ਹੋ, ਤੇ ਕਦੇ ਘੋਰ ਗੁਫਾ ਥੱਲੇ ਗੁਫਾਵਾਂ ਦੇ ਵਿੱਚ ਰਹਿੰਦੇ। ਤੁਸੀਂ ਕਈ ਵਾਰ ਸੁਣਿਆ ਹੋਣਾ ਕਿ ਫਲਾਨਾ ਬਾਬਾ ਇਸ ਗੁਫਾ ਦੇ ਵਿੱਚ ਉਹਨੇ ਭਗਤੀ ਕੀਤੀ, ਉਹਨੇ ਐਂ ਕੀਤਾ, ਸਭ ਕੁਝ ਤਾਂ ਹੈ ਸਾਰਾ ਇਹ ਤੇ ਸਾਰਾ ਤੇਰੀ ਹੀ ਇਹ ਕਲਾ ਹੈ। ਕਹੂੰ ਘੋਰ ਗੁਫਾ ਮੇ ਪੜ੍ਹਤੇ ਹੋ, ਕਹੂੰ ਘਰ ਘਰ ਲਾਡ ਲੜਾਇਆ, ਤੇ ਕਿਤੇ ਤੂੰ ਘਰ ਘਰ ਦੇ ਵਿੱਚ ਵਸੀ ਜਾਂਦਾ ਹੈ, ਬੱਚਿਆਂ ਦੇ ਰੂਪ 'ਚ, ਇਨਸਾਨਾਂ ਦੇ ਰੂਪ ਦੇ ਵਿੱਚ, ਤੇ ਉੱਥੇ ਤੈਨੂੰ ਪ੍ਰੇਮ ਕੀਤਾ ਜਾ ਰਿਹਾ ਹੈ, ਲਾਡ ਲੜਾਇਆ ਜਾ ਰਿਹਾ। ਸਭ ਤੇਰੀ ਹੀ ਲੀਲਾ ਚਾਰ ਛਪੇਰੇ ਵਰਤਾਈ ਜਾ ਰਹੀ ਹੈ। ਬੁੱਲਾ ਮੈਂ ਥੀ ਬੇਮੁਹਤਾਜ ਹੁਆ, ਬੁੱਲਾ ਮੈਂ ਥੀ ਬੇਮੁਹਤਾਜ ਹੁਆ, ਮਹਾਰਾਜ ਮਿਲਿਆ ਮੇਰਾ ਕਾਜ ਹੁਆ। ਇੱਥੇ ਬੁੱਲੇ ਸ਼ਾਹ ਜੀ ਕਹਿ ਰਹੇ ਹੈ ਕਿ ਮੈਂ ਤਾਂ ਆਜ਼ਾਦ ਹੋ ਗਿਆ, ਸਾਰੇ ਬੰਧਨਾਂ ਤੋਂ ਆਜ਼ਾਦ ਹੋ ਗਿਆ, ਜਦੋਂ ਪਤਾ ਹੈ ਕਿ ਸਭ ਕੁਝ ਉਹ ਪਰਮਾਤਮਾ ਹੀ ਹੈ, ਸ਼ੁਰੂ ਵੀ ਉਹ, ਆਦ ਵੀ ਉਹ, ਅੰਤ ਵੀ ਉਹ, ਅਨੰਤ ਵੀ ਉਹ, ਸਭ ਕੁਝ ਉਹੀ ਹੈ। ਬੁੱਲਾ ਮੈਂ ਥੀ ਬੇਮੁਹਤਾਜ ਹੁਆ, ਮੈਂ ਤਾਂ ਆਜ਼ਾਦ ਹੋ ਗਿਆ, ਨਿਰਸਵਾਰਥ ਹੋ ਗਿਆ, ਮਹਾਰਾਜ ਮਿਲਿਆ ਮੇਰਾ ਕਾਜ ਹੁਆ। ਉਸ ਪਰਮਾਤਮਾ ਦੇ ਮਿਲਣ ਨਾਲ ਮੇਰਾ ਜਿਹੜਾ ਕੰਮ ਹੈ ਉਹ ਹੋ ਗਿਆ। ਦਰਸ ਪੀਆ ਕਾ ਮੋਹੇ ਇਲਾਜ ਹੁਆ, ਉਸ ਪੀਆ ਪ੍ਰੀਤਮ ਨੂੰ ਮਿਲਣ ਦੇ ਨਾਲ ਮੇਰੇ ਸਾਰੇ ਦੁੱਖ ਕਲੇਸ਼ ਕੱਟੇ ਗਏ, ਜਿਹੜੇ ਮੇਰੀ ਮਾਨਸਿਕ ਰੋਗ ਸਾਰੇ ਦੂਰ ਹੋ ਗਏ, ਮੈਂ ਸਵਸਥ ਹੋ ਗਿਆ। ਆਪ ਮੈਂ ਆਪ ਸਮਾਇਆ ਹੈ, ਤਾਂ ਅਸਲ ਦੇ ਵਿੱਚ ਆਪੇ ਆਪ ਦੇ ਵਿੱਚ, ਮੇਰੇ ਵਿੱਚ, ਤੇਰੇ ਵਿੱਚ, ਉਹਦੇ ਵਿੱਚ, ਹਰ ਚੀਜ਼ ਦੇ ਵਿੱਚ ਜਿਹੜਾ ਪਰਮਾਤਮਾ ਹੈ ਉਹ ਸਮਾਇਆ ਹੋਇਆ ਹੈ। ਆਪ ਮੈਂ ਆਪ ਸਮਾਇਆ ਹੈ, ਉਹ ਖੁਦ ਹੀ ਮੇਰੇ ਵਿੱਚ ਸਮਾਇਆ ਹੋਇਆ ਹੈ। ਤਾਂ ਇਹ ਸੀ ਬੁੱਲੇ ਸ਼ਾਹ ਦੀ ਪਿਆਰੇ ਵਿਦਿਆਰਥੀਓ ਤੀਸਰੀ ਕਾਫੀ। ਆਓ ਆਪਾਂ ਛੋਟੀ ਜਿਹੀ ਝਲਕ ਇਸ ਦੇ ਕੇਂਦਰੀ ਭਾਵ ਦੀ ਵੀ ਇੱਕ ਦੇਖ ਲੈਂਦੇ ਹਾਂ, ਤਾਂ ਕਿ ਤੁਸੀਂ ਪ੍ਰੀਖਿਆ ਦੀ ਦ੍ਰਿਸ਼ਟੀ ਤੋਂ ਇਸ ਦੀ ਤਿਆਰੀ ਕਰਨ ਦੇ ਯੋਗ ਹੋ ਸਕੋ। ਪਾਇਆ ਹੈ ਕਿਛ ਪਾਇਆ ਹੈ, ਸਤਿਗੁਰੂ ਆਪਣੀ ਸਿੱਖਿਆ ਨਾਲ ਸੂਫੀ ਨੂੰ ਅਲਖ ਪ੍ਰਭੂ ਦਾ ਗਿਆਨ ਦੇ ਦਿੰਦਾ ਹੈ, ਜਿਸ ਦੇ ਸਿੱਟੇ ਵਜੋਂ ਸੂਫੀ ਨੂੰ ਹਰ ਮਨੁੱਖ ਤੇ ਹਰ ਵਸਤੂ ਵਿੱਚ ਪਰਮਾਤਮਾ ਵਿਖਾਈ ਦਿੰਦਾ ਹੈ। ਉਸ ਨੂੰ ਇਹ ਸ੍ਰਿਸ਼ਟੀ, ਉਸ ਦਾ ਆਪਾ ਤੇ ਆਪੇ ਵਿੱਚ ਉਹ ਆਪ ਸਮਾਇਆ ਅਨੁਭਵ ਹੁੰਦਾ ਹੈ। ਤਾਂ ਇਹ ਸੀ ਪਿਆਰੇ ਵਿਦਿਆਰਥੀਓ ਇਸ ਕਾਪੀ ਦਾ ਕੇਂਦਰੀ ਭਾਵ। ਕੇਂਦਰੀ ਭਾਵ ਲਿਖਦੇ ਸਮੇਂ ਇਸ ਗੱਲ ਦਾ ਅਸੀਂ ਧਿਆਨ ਰੱਖਣਾ ਹੈ ਕਿ ਅਸੀਂ ਕੇਂਦਰੀ ਭਾਵ ਦੇ ਵਿੱਚ ਕਦੇ ਵੀ ਕਾਫੀ ਜਾਂ ਉਸਦੇ ਲੇਖਕ, ਉਸਦੇ ਕਵੀ ਦਾ ਅਸੀਂ ਨਾਮ ਨਹੀਂ ਲਿਖਣਾ। ਅਸੀਂ ਸਿਰਫ ਜਿਹੜਾ ਮੁੱਖ ਵਿਚਾਰ ਆ ਉਸੇ ਨੂੰ ਲਿਖਣਾ ਹੁੰਦਾ ਹੈ। ਅਤੇ ਨਾਲ ਤੁਸੀਂ ਇਹ ਗੱਲ ਵੀ ਸਿੱਖਣੀ ਹੈ ਕਿ ਜੋ ਕੇਂਦਰੀ ਭਾਵ ਇੱਥੇ ਲਿਖਿਆ ਜਾਂ ਤੁਹਾਡੀਆਂ ਕਿਤਾਬਾਂ ਦੇ ਵਿੱਚ ਲਿਖਿਆ ਹੈ, ਜ਼ਰੂਰੀ ਨਹੀਂ ਕਿ ਤੁਸੀਂ ਉਹੀ ਲਿਖਣਾ ਹੁੰਦਾ ਹੈ। ਤੁਸੀਂ ਆਪ ਦੇ ਅਨੁਸਾਰ ਜਿਸ ਤਰੀਕੇ ਨਾਲ ਸਮਝਿਆ ਉਸ ਤਰੀਕੇ ਨਾਲ ਹੀ ਤੁਸੀਂ ਜਿਹੜਾ ਕੇਂਦਰੀ ਭਾਵ ਹੈ ਤੁਸੀਂ ਉਹ ਲਿਖ ਸਕਦੇ ਹੋ। ਤਾਂ ਉਮੀਦ ਹੈ ਇਸ ਸਾਰੀ ਵਿਚਾਰ ਚਰਚਾ ਤੋਂ ਤੁਸੀਂ ਪੂਰਾ ਫਾਇਦਾ ਪਿਆਰੇ ਵਿਦਿਆਰਥੀਓ ਉਠਾਓਗੇ ਅਤੇ ਇਸ ਕਾਫੀ ਦੀ ਪ੍ਰਸੰਗ ਸਿਹਤ ਵਿਆਖਿਆ ਕਰਨ ਦੇ ਯੋਗ ਹੋਵੋਗੇ, ਅਤੇ ਛੋਟੇ ਜਿਹੜੇ ਪ੍ਰਸ਼ਨ ਉਹ ਵੀ ਕਰਨ ਦੇ ਯੋਗ ਹੋਵੋਗੇ, ਅਤੇ ਕੇਂਦਰੀ ਭਾਵ ਲਿਖਣ ਦੇ ਵੀ ਕਾਬਲ ਹੋਏ ਹੋਵੋਗੇ। ਤਾਂ ਮੇਰੇ ਵੱਲੋਂ ਸਾਰੇ ਹੀ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ।